ये मतलब शुरू होने तो पहले वाहिगुरू जी का खालसा वाहिगुरू जी की फतेह। सन्मानयोग गुरमत क्लास ਵਿੱਚ ਹਾਜ਼ਰੀ ਭਰ ਰਹੇ ਗੁਰੂ ਸਵਾਰਿਓ, ਆਪ ਸਾਰਿਆਂ ਨੂੰ ਜੀ ਆਇਆਂ। ਅਕਾਲ ਪੁਰਖ ਜੀ ਦੀ ਅਪਾਰ ਕਿਰਪਾ ਨਾਲ ਅਸੀਂ ਗੁਰੂ ਜੀ ਦੇ ਬਚਨਾਂ ਦੀ ਵਿਚਾਰ ਕਰ ਰਹੇ ਹਾਂ। ਓਦਰ ਦੇ 5 ਸ਼ਬਦ, ਸੋ ਪੁਰਖ ਦੇ 4 ਸ਼ਬਦ ਜੋ ਸਰਲੇਖ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਹੈ। ਅਸੀਂ ਪਹਿਲਾਂ ਸੋਦਰ ਦੇ 5 ਸ਼ਬਦਾਂ ਦੀ ਵਿਚਾਰ ਕੀਤੀ, ਫਿਰ ਸੋ ਪੁਰਖ ਦੇ ਸ਼ਬਦ ਆਰੰਭ ਕੀਤੇ। तो कल असी जो दूसरा शब्द सी उसकी विचार की। तो अज ये तीसरा शब्द जो सो पुरख सरलेख हेठ है उसकी विचार असी कर रहे हाँ। तित सरवड़ा भईले निवासा पानी पावक तिन्हें किया। तो ये विचार वीर प्रभ कीर्तन सिंह जी आप जी नाल रोज साझी करते हैं। मैं उन्होंने बेनती करता हाँ कि अज की ये विचार आरंभ की जाए जी। वीर प्रभ कीर्तन सिंह जी, साहिबजादा अजीत सिंह नगर मोहाली। वाहिगुरू जी का खालसा वाहिगुरू जी की फतेह। वाहिगुरू जी जहाँ ठीक रखने रख लो। एमपी सिंह जी देखो कोई अनम्यूट किहदा हो गया। हाँ, ਜਦੋਂ ਅਸੀਂ ਮਾਇਆ ਦੇ ਹੱਥ ਦੇ ਵਿੱਚ ਖਿਡੌਣੇ ਬਣ ਗਏ ਤਾਂ ਖਿਡੌਣੇ ਨੂੰ ਤਾਂ ਪਤਾ ਨਹੀਂ ਹੁੰਦਾ ਕਿ ਮੈਂ ਕਰਨਾ ਕੀ ਹੈ। ਉਹ ਤਾਂ ਫਿਰ ਉਹੀ ਕਰਦਾ ਹੈ ਜੋ ਖੇਡਣ ਵਾਲਾ ਉਹਨੂੰ ਕਰਾਉਂਦਾ। ਖਿਡੌਣਾ ਹੋ ਗਿਆ, ਕਠਪੁਤਲੀ ਹੋ ਗਈ, ਇਹ ਤੇ ਆਪਣੇ ਹੱਥ ਦੇ ਵਿੱਚ ਤਾਂ ਕੁਝ ਹੈ ਨਹੀਂ। ਤੇ ਜਦੋਂ ਅਸੀਂ ਆਪਣਾ ਰਾਹ ਨਹੀਂ ਚੁਣ ਸਕਦੇ, ਸਾਡਾ ਜੀਵਨ ਆਪਣੇ ਆਪ ਹੀ ਵਿਅਰਥ ਹੋ ਗਿਆ। ਜਨਮ ਬਿਰਥਾ ਜਾਤ ਰੰਗ ਮਾਇਆ ਕਿਆ, ਕਿਉਂਕਿ ਅਸੀਂ ਮਾਇਆ ਦੇ ਹੱਥ ਦੇ ਵਿੱਚ ਖਿਡੌਣੇ ਬਣ ਚੁੱਕੇ ਹਾਂ। ਤੇ ਫਿਰ ਅਸੀਂ ਇਸ ਭਵਜਲ ਨੂੰ ਤਰਨ ਦੀ ਤਿਆਰੀ ਕਿਵੇਂ ਕਰਾਂਗੇ। ਸੋ ਸਤਿਗੁਰੂ ਜੀ ਸਾਨੂੰ ਇਹੀ ਸਾਵਧਾਨ ਕਰ ਰਹੇ ਹਨ ਕਿ ਤਿਆਰੀ ਦੇ ਵਿੱਚ ਲੱਗ ਭਾਈ, ਤੇਰਾ ਜਨਮ ਮਾਇਆ ਦੇ ਪ੍ਰੇਮ ਦੇ ਵਿੱਚ ਬਿਰਥਾ ਜਾ ਰਿਹਾ ਹੈ। ਇਹਨੂੰ ਛੱਡ ਤੇ ਜਿਹੜਾ ਤੇਰਾ ਅਸਲ ਕੰਮ ਹੈ ਉਹਨੂੰ ਕਰਨ ਦੀ ਤਿਆਰੀ ਕਰ। ਸਤਿਗੁਰੂ ਜੀ ਪਹਿਲੇ ਬੰਦ ਦੇ ਵਿੱਚ ਫਰਮਾ ਰਹੇ ਹਨ ਕਿ ਭਈ ਪ੍ਰਾਪਤ ਮਾਨੁਖ ਦੇਹਰੀਆ। ਦੇਹਰੀਆ ਦਾ ਭਾਵ ਹੈ ਸੁੰਦਰ, ਬੜੀ ਚੰਗੀ ਦੇਹ, ਇਹ ਸੋਹਣਾ ਮਨੁੱਖਾ ਸਰੀਰ ਹੈ ਮਾਨੁਖ ਦੇ, ਇਹ ਮਿਲੀ ਹੈ ਭਾਈ ਪ੍ਰਾਪਤ। ਗੋਬਿੰਦ ਮਿਲਣ ਕੀ ਇਹ ਤੇਰੀ ਵਿਧੀ। ਇਹ ਪ੍ਰਭੂ ਨੂੰ ਮਿਲਣ ਦਾ ਇਹੀ ਜਿਹੜਾ ਹੈ, ਇਹੀ ਤੇਰੀ ਬਰੀਆ ਹੈ, ਇਹੀ ਤੇਰੀ ਵਾਰੀ ਹੈ, ਤੇਰਾ ਮੌਕਾ ਹੈ, ਤੇਰਾ ਸਮਾਂ ਹੈ। ਇਸ ਤੋਂ ਬਾਅਦ ਤੈਨੂੰ ਸਮਾਂ ਨਹੀਂ ਮਿਲਣਾ, ਬਸ ਇਹੀ ਹੈ। ਜੇ ਪ੍ਰਭੂ ਤੱਕ ਪਹੁੰਚਣਾ ਹੈ ਤਾਂ ਬਸ ਇਹੀ ਦੇਹ ਹੈ। ਇਹ ਬੜੀ ਸੁੰਦਰ ਦੇਹ ਤੈਨੂੰ ਅਕਾਲ ਪੁਰਖ ਨੇ ਦਿੱਤੀ ਹੈ। ਇਹ ਬੜੀ ਕੰਮ ਦੀ ਚੀਜ਼ ਹੈ, ਇਹਨੂੰ ਗਵਾ ਨਾ, ਕਿਉਂਕਿ ਤੇਰੀ ਜਿਹੜੀ ਪ੍ਰਭੂ ਦੇ ਮਿਲਣ ਦੀ ਅਵਸਥਾ ਹੈ ਉਹ ਕੇਵਲ ਇਸੇ ਦੇਹ 'ਚ ਹੀ ਆ ਸਕਦੀ ਹੈ, ਹੋਰ ਕਿਸੇ ਥਾਂ ਨਹੀਂ ਆ ਸਕਦੀ। ਤੇ ਸਤਿਗੁਰੂ ਕਹਿੰਦੇ ਹਨ ਕਿ ਅਵਰ ਕਾਜ ਤੇਰਾ ਕਿਤੈ ਨਾ ਕੰਮ। ਹੁਣ ਅਵਰ ਕਾਜ ਮਤਲਬ ਹੋਰ ਸਾਰੇ ਕੰਮ ਉਹ ਤੇਰੇ ਕਿਤੇ ਕੰਮ ਨਹੀਂ ਆਉਣੇ। ਭਾਵ ਤੈਨੂੰ ਜਦੋਂ ਉਸ ਅਕਾਲ ਪੁਰਖ ਦੇ ਮਿਲਣ ਦੀ ਗੱਲ ਹੋਣੀ ਹੈ ਤਾਂ ਬਾਕੀ ਸਾਰੇ ਕੰਮ ਤੇਰੇ ਹੋਰ ਕਿਤੇ ਕੰਮ ਨਹੀਂ ਆਉਣੇ। ਕੀ ਕੰਮ ਆਉਣਾ ਹੈ? ਮਿਲ ਸਾਧ ਸੰਗਤ ਭਜ ਕੇਵਲ। ਭਾਵ ਬਾਕੀ ਸਾਰੇ ਕੰਮਾਂ ਦਾ ਕੋਈ ਫਾਇਦਾ ਨਹੀਂ ਜੇ ਤੂੰ ਪ੍ਰਭੂ ਨੂੰ ਮਿਲਣ ਲਈ, ਗੋਬਿੰਦ ਮਿਲਣ ਦੇ ਵਾਸਤੇ ਤੂੰ ਕੋਈ ਉਦਮ ਨਹੀਂ ਕੀਤਾ ਤਾਂ ਤੇਰੀ ਜਿੰਦ ਨੂੰ ਇਹ ਕੋਈ ਲਾਭ ਨਹੀਂ ਕਰਾਉਣਗੇ ਜਿੰਨੇ ਵੀ ਕੰਮ ਤੂੰ ਹੋਰ ਕਰ ਰਿਹਾ। ਬਸ ਇੱਕੋ ਹੀ ਕੰਮ ਕਰ। ਕੀ ਕਰ ਕਿ ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਾਧ ਸੰਗਤ ਵਿੱਚ ਬੈਠ ਕੇ ਪ੍ਰਭੂ ਦਾ ਨਾਮ ਹੀ ਸਿਮਰਿਆ। ਉਹਨੇ ਤੇ ਦੋ ਗੱਲਾਂ ਸਤਿਗੁਰਾਂ ਨੇ ਕਹਿ ਦਿੱਤੀਆਂ। ਪਹਿਲੀ ਤਾਂ ਗੱਲ ਇਹ ਸਮਝ ਲਈਏ ਕਿ ਸਾਧ ਸੰਗਤ ਵਿੱਚ ਮਿਲ ਬੈਠ, ਪਰ ਮਿਲਣਾ ਬੈਠਣਾ ਆਪਣੇ ਆਪ ਵਿੱਚ ਇਨਫ ਨਹੀਂ ਹੈ। ਸਤਿਗੁਰੂ ਨੇ ਅੱਗੇ ਹੋਰ ਨਾਲ ਤਾਂ ਹੀ ਗੱਲ ਕਹੀ ਹੈ ਕਿ ਉੱਥੇ ਬੈਠ ਕੇ ਵੀ ਮਤਲਬ ਕਿਸੇ ਪਾਸੇ ਹੋਰ ਤੇਰਾ ਦਿਮਾਗ ਤੁਰਿਆ ਫਿਰੇ, ਤੇਰੀਆਂ ਸੁਰਤੀਆਂ ਬਿਰਤੀਆਂ ਕਿਤੇ ਹੋਰ ਪਹੁੰਚੀਆਂ ਹੋਣ। ਜਦੋਂ ਸਾਧ ਸੰਗਤ ਦੇ ਵਿੱਚ ਜਾਣਾ ਹੈ ਤੇ ਇਹ ਧਿਆਨ ਰੱਖ ਕੇ ਉੱਥੇ ਬੈਠ ਕੇ ਇੱਕੋ ਕੰਮ ਕਰਨਾ ਹੈ, ਭਜ ਕੇਵਲ ਨਾਮ। ਕੇਵਲ ਉਸ ਪ੍ਰਭੂ ਦੀ ਯਾਦ ਦੇ ਨਾਲ ਜੁੜਨਾ ਹੈ, ਉਹਨੂੰ ਸਿਮਰਨਾ ਹੈ, ਉਹਨੂੰ ਹਿਰਦੇ ਵਿੱਚ ਵਸਾਉਣਾ। ਹੁਣ ਇੱਥੇ ਸਤਿਗੁਰੂ ਕਹਿ ਰਹੇ ਹਨ ਅਵਰ ਕਾਜ। ਤੋ ਅਵਰ ਕਾਜ ਦਾ ਕੀ ਅਰਥ ਹੈ? ਇਹ ਸਾਨੂੰ ਰਾਹੋਂ ਦੀ ਪੰਕਤੀ ਤੋਂ ਸਮਝਣਾ ਪਏਗਾ।
ਕਿਉਂਕਿ ਰਹਾਉ ਦੀ ਪੰਕਤੀ ਦੇ ਵਿੱਚ ਸਤਿਗੁਰਾਂ ਨੇ ਕਿਹਾ ਹੈ ਕਿ ਜਨਮ ਬਿਰਥਾ ਜਾਤ ਰੰਗ ਮਾਇਆ ਕੈ। ਤੋ ਜਿਹੜੇ ਕੰਮ ਅਸੀਂ ਮਾਇਆ ਦੇ ਰੰਗ ਵਿੱਚ ਰੰਗੇ ਜਾ ਕੇ ਕਰ ਰਹੇ ਹਾਂ ਉਹ ਅਵਰਕਾਜ ਹਨ, ਜਿਹੜੇ ਤੇਰੇ ਕਿਤੇ ਕੰਮ ਨਹੀਂ ਆ। ਉਹਨੇ ਦੇਹੀ ਸਤਿਗੁਰੂ ਕਹਿੰਦੇ ਹਨ ਕਿ ਬੜੀ ਉੱਤਮ ਹੈ। ਇਹੀ ਉਹ ਜਨਮ ਹੈ ਜਿਹਦੇ ਵਿੱਚ ਤੂੰ ਪ੍ਰਭੂ ਦੀ ਪ੍ਰਾਪਤੀ ਕਰ ਸਕਦਾ ਹੈ, ਪ੍ਰਭੂ ਵਰਗਾ ਬਣ ਸਕਦਾ ਹੈ, ਉਹਦੇ ਗੁਣ ਧਾਰਨ ਕਰ ਸਕਦਾ ਹੈ। ਤੇ ਇਹ ਪ੍ਰਾਪਤੀ ਤਾਂ ਹੋਣੀ ਹੈ ਜੇਕਰ ਉਹ ਤੂੰ ਸਾਧ ਸੰਗਤ ਦੇ ਵਿੱਚ ਜਾ ਕੇ ਉਸ ਅਕਾਲ ਪੁਰਖ ਦੀ ਯਾਦ ਦੇ ਵਿੱਚ ਤੂੰ ਜੁੜੇ। ਉਸ ਤੋਂ ਬਿਨਾ ਕੋਈ ਫਾਇਦਾ ਨਹੀਂ ਹੈ। ਹੁਣ ਅਵਰਕਾਜ ਦਾ ਅਰਥ ਜਿਹੜਾ ਹੈ ਸਾਨੂੰ ਉਹ ਰੰਗ ਮਾਇਆ ਵਾਲੀ ਗੱਲ ਤੋਂ ਸਮਝਣਾ ਪਏਗਾ ਕਿ ਇਹ ਦੋਵੇਂ ਪੰਕਤੀਆਂ ਨੂੰ ਅਗਰ ਅਸੀਂ ਦੇਖੀਏ ਤਾਂ ਸਾਨੂੰ ਗੱਲ ਬਿਲਕੁਲ ਸਪਸ਼ਟ ਹੋ ਜਾਏਗੀ। ਇੱਕ ਪਾਸੇ ਸਤਿਗੁਰੂ ਕਹਿ ਰਹੇ ਹਨ ਜਨਮ ਬਿਰਥਾ ਜਾਤ ਰੰਗ ਮਾਇਆ ਕੈ, ਤੇ ਦੂਜੇ ਪਾਸੇ ਸਤਿਗੁਰੂ ਕਹਿ ਰਹੇ ਹਨ ਅਵਰ ਕਾਜ ਤੇਰਾ ਕਿਤੈ ਨਾ ਕਾਮ। ਜਨਮ ਬਿਰਥਾ ਜਾਤ ਤੇ ਤੇਰਾ ਕਿਤੈ ਨਾ ਕਾਮ, ਇਹਨਾਂ ਦੋਵਾਂ ਦਾ ਇੱਕੋ ਹੀ ਅਰਥ ਹੈ ਕਿ ਨਿਰਾਰਥਕ ਹਨ, ਵੇਸਟ ਹਨ। ਜਿਵੇਂ ਸਤਿਗੁਰੂ ਨੇ ਇਹ ਦੋਨੋਂ ਗੱਲਾਂ ਬਿਲਕੁਲ ਉਸੇ ਅਰਥ ਵਾਲੀਆਂ ਲਿਖੀਆਂ ਹਨ ਕਿ ਤੇਰੇ ਕੰਮ ਕੋਈ ਨਹੀਂ ਆਏਗੀ ਗੱਲ, ਹੋਰ ਕੋਈ ਕੰਮ ਤੇਰੇ ਨਿਰਾਰਥਕ ਹੈ। ਤੇ ਨਿਰਾਰਥਕ ਦੂਜੇ ਵਾਸਤੇ ਵੀ ਸਤਿਗੁਰੂ ਨੇ ਕਿਹਾ ਹੈ ਕਿ ਰੰਗ ਮਾਇਆ ਕੈ। ਇਸੇ ਤਰ੍ਹਾਂ ਹੀ ਰੰਗ ਮਾਇਆ ਕੈ ਤੇ ਅਵਰ ਕਾਜ ਦਾ ਅਰਥ ਬਿਲਕੁਲ ਇੱਕੋ ਹੈ ਕਿ ਭਾਵ ਜਿਹੜੇ ਕੰਮ ਤੂੰ ਮਾਇਆ ਦੇ ਰੰਗ ਦੇ ਵਿੱਚ ਕਰ ਰਿਹਾ, ਜਿਹੜੇ ਮਾਇਆ ਵਿੱਚ ਰੰਗੇ ਜਾ ਕੇ ਤੂੰ ਜਿੰਨੇ ਵੀ ਕੰਮ ਕਰ ਰਿਹਾ ਉਹ ਤੇਰੇ ਕਿਸੇ ਕੰਮ ਨਹੀਂ। ਕਿਉਂਕਿ ਇੱਕ ਪਾਸੇ ਮਾਇਆ ਹੈ, ਇੱਕ ਪਾਸੇ ਪ੍ਰਭੂ ਹੈ। ਜਦੋਂ ਮਾਇਆ ਵੱਲ ਅਸੀਂ ਜੁੜ ਗਏ, ਮਾਇਆ ਦੇ ਪ੍ਰੇਮ ਦੇ ਵਿੱਚ ਰੰਗੇ ਗਏ, ਤੇ ਫਿਰ ਪ੍ਰਭੂ ਦੇ ਰੰਗ ਵਿੱਚ ਅਸੀਂ ਨਹੀਂ ਰੰਗੇ ਜਾ ਸਕਦੇ, ਫਿਰ ਪ੍ਰਭੂ ਨੂੰ ਅਸੀਂ ਯਾਦ ਹੀ ਨਹੀਂ ਕਰ ਸਕਦੇ। ਤਾਂ ਅਵਰ ਕਾਜ ਦਾ ਅਰਥ ਇਹ ਨਹੀਂ ਹੈ ਕਿ ਅਸੀਂ ਇਹ ਅਰਥ ਹੀ ਕੱਢ ਲਈਏ ਕਿ ਬਸ ਹੁਣ ਜਾਣਾ ਹੈ, ਸਭ ਕੁਝ ਛੱਡ ਛਡਾ ਕੇ ਕਿਸੇ ਥਾਂ ਤੇ ਜਾ ਕੇ ਬੈਠ ਜਾਣਾ ਹੈ ਜਿੱਥੇ ਸੰਗਤ ਹੋਵੇ ਤੇ ਕੇਵਲ ਪ੍ਰਭੂ ਦਾ ਨਾਮ ਜਪਣਾ ਹੈ। ਇਹਦਾ ਅਰਥ ਇਹ ਨਹੀਂ ਹੈ ਕਿ ਅਵਰ ਕਾਜ ਤੇਰਾ ਕਿਤੇ ਨਾ ਕਾਮ, ਭਾਵ ਸਭ ਕੁਝ ਨਿਰਰਥਕ ਹੈ, ਬਸ ਬੈਠ ਕੇ ਤੇ ਨਾਮ ਜਪਿਆ ਜਾਵੇ, ਜਿਵੇਂ ਕਿ ਅਸੀਂ ਆਮ ਅੱਜ ਕੱਲ੍ਹ ਹੁੰਦਾ ਦੇਖ ਰਹੇ ਹਾਂ। ਇੱਥੇ ਅਵਰ ਕਾਜ ਦਾ ਅਰਥ ਹੈ ਕਿ ਉਹ ਕੰਮ ਜਿਹੜੇ ਮਾਇਆ ਦੇ ਰੰਗ ਦੇ ਵਿੱਚ ਰੰਗਿਆ ਹੋਇਆ ਤੂੰ ਕਰ ਰਿਹਾ ਹੈ ਉਹ ਵਿਅਰਥ ਹਨ। ਤੂੰ ਗ੍ਰਸਤੀ ਹੈ, ਤੂੰ ਕੰਮ ਸਾਰੇ ਕਰਨੇ ਹਨ, ਪਰ ਮਾਇਆ ਦੇ ਰੰਗ ਵਿੱਚ ਰੰਗੇ ਜਾ ਕੇ ਨਹੀਂ ਕਰਨੇ। ਜਗਤ ਦੇ ਕਾਰਜ ਕਰਨੇ ਹਨ ਪਰ ਮਾਇਆ ਦੇ ਰੰਗ ਵਿੱਚ ਨਹੀਂ। ਮਾਇਆ ਨੂੰ ਆਪਣੀ ਦਾਸੀ ਬਣਾ ਕੇ ਕਰਨੇ ਹਨ, ਮਾਇਆ ਦੇ ਰੰਗ ਵਿੱਚ ਰੰਗੇ ਜਾ ਕੇ ਮਾਇਆ ਦੇ ਹੱਥ ਵਿੱਚ ਖਿਡੌਣਾ ਬਣ ਕੇ ਨਹੀਂ ਕਰਨੇ। ਇਹ ਗੁਰਮਤਿ ਸਿਧਾਂਤ ਹੈ। ਇਹਦਾ ਅਰਥ ਇਹ ਨਹੀਂ ਹੈ ਕਿ ਸਾਰਾ ਕੁਝ ਛੱਡ ਛਡਾ ਕੇ ਬਸ ਹੁਣ ਇੱਕ ਕਿਸਮ ਦਾ ਅਸੀਂ ਤਿਆਗੀ ਹੋ ਜਾਈਏ ਜਾਂ ਸੰਨਿਆਸ ਲੈ ਲਈਏ ਤੇ ਫਿਰ ਬਸ ਕਹੀਏ ਜੀ ਕਿ ਹੁਣ ਸਿਰਫ 24 ਘੰਟੇ ਅਸੀਂ ਕਿਸੇ ਭੋਰੇ 'ਚ ਵੜ ਕੇ ਨਾਮ ਹੀ ਜਪਣਾ, ਬਸ ਸਾਡਾ ਇਹੀ ਕੰਮ ਹੈ। ਅੱਗੇ ਚੱਲੀਏ ਜੀ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਹੁਣ ਜਪ ਤਪ ਸੰਜਮ, ਜਿਵੇਂ ਕਿ ਆਪ ਜੀ ਦੇ ਸਾਹਮਣੇ ਡਿਸਪਲੇ ਹੈ, ਜਪ ਤਪ ਸੰਜਮ ਤੇ ਧਰਮ, ਇਹਨਾਂ ਨੂੰ ਸਤਿਗੁਰੂ ਜੀ ਨੇ ਔਂਕੜ ਲਗਾ ਕੇ ਵਿਸ਼ੇਸ਼ ਅਰਥ ਦੇ ਦਿੱਤੇ ਹਨ। ਭਾਵ ਇਹਨਾਂ ਦੇ ਅਰਥ ਅਸੀਂ ਉਹ ਅਰਥ ਨਹੀਂ ਕਰਨੇ ਜਿਹੜੇ ਆਮ ਦੁਨਿਆਵੀ ਤੌਰ ਦੇ ਉੱਤੇ ਕੀਤੇ ਜਾਂਦੇ। ਇਹ ਉਹ ਖਾਸ ਅਰਥ ਹਨ ਜੋ ਗੁਰਮਤਿ ਦੇ ਵਿੱਚ ਪ੍ਰਵਾਨ ਹਨ। ਤੋ ਸਤਿਗੁਰੂ ਕਹਿੰਦੇ ਹਨ ਕਿ ਉਹ ਜੋ ਲੋਕ ਸਮਝੀ ਬੈਠੇ ਹਨ ਜਪ ਤਪ ਸੰਜਮ ਤੇ ਧਰਮ, ਉਹ ਨਹੀਂ। ਤੂੰ ਜਪ ਕਰ, ਪ੍ਰਭੂ ਦੇ ਨਾਮ ਦਾ ਸਿਮਰਨ ਕਰ, ਤਪ ਕਰ, ਉਦਮ ਕਰ, ਸੇਵਾ ਦਾ ਉਦਮ ਕਰ, ਸੰਜਮ ਕਰ, ਮਨ ਨੂੰ ਵਿਕਾਰਾਂ ਵੱਲੋਂ ਰੋਕਣ ਦਾ ਸੰਜਮ ਕਰ, ਤੇ ਇਹਨਾਂ ਤਿੰਨਾਂ ਨੂੰ ਕਮਾਉਣ ਦਾ ਧਰਮ ਜਿਹੜਾ ਹੈ ਉਹ ਤੂੰ ਕਮਾ। ਤੋ ਸਤਿਗੁਰੂ ਇਹਦੇ ਅਰਥ ਹਨ ਕਿ ਤੂੰ ਨਾਮ ਦਾ ਸਿਮਰਨ ਕਰਦਾ ਨਹੀਂ, ਧਰਮ ਨਾ ਕਮਾਇਆ, ਨਾਮ ਦਾ ਸਿਮਰਨ ਕੀਤਾ ਨਹੀਂ, ਸੇਵਾ ਨਹੀਂ ਕੀਤੀ, ਮਨ ਨੂੰ ਵਿਕਾਰਾਂ ਵੱਲੋਂ ਰੋਕਿਆ ਨਹੀਂ, ਹੋਰ ਕੋਈ ਧਰਮ ਤੂੰ ਕਮਾਇਆ ਕੋਈ ਨਹੀਂ, ਤੇ ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਕਿ ਸਾਧ ਦਾ ਅਰਥ ਹੈ ਗੁਰੂ, ਗੁਰੂ ਦੀ ਸੇਵਾ ਵੀ ਨਹੀਂ ਕੀਤੀ, ਭਾਵ ਨਾਮ ਸਿਮਰਨ ਨਹੀਂ ਕੀਤਾ, ਤੇ ਨਾ ਜਾਣਿਆ ਹਰ ਰਾਇਆ ਦਾ ਇਹਦਾ ਵੀ ਇਹੀ ਅਰਥ ਹੈ ਕਿ ਉਸ ਅਕਾਲ ਪੁਰਖ ਹਰੀ ਨੂੰ, ਉਹਦੇ ਵਿੱਚ ਆਪਣੀਆਂ ਸੁਰਤੀਆਂ ਬਿਰਤੀਆਂ ਨੂੰ ਨਹੀਂ ਟਿਕਾਇਆ। ਹੁਣ ਇਹ ਅਵਸਥਾ ਹੈ ਸਤਿਗੁਰੂ ਜੀ ਕਹਿ ਰਹੇ ਹਨ ਕਿ ਬਈ ਉਹ ਕੰਮ ਜੋ ਤੈਨੂੰ ਕਰਨੇ ਚਾਹੀਦੇ ਸਨ,
ਨਾ ਤੂੰ ਪ੍ਰਭੂ ਨੂੰ ਯਾਦ ਕੀਤਾ ਹੈ, ਨਾ ਸੇਵਾ ਦਾ ਜੀਵਨ ਬਣਾਇਆ ਹੈ, ਨਾ ਸੰਜਮ ਦਾ ਜੀਵਨ ਬਣਾਇਆ ਹੈ, ਨਾ ਗੁਰੂ ਦੀ ਸੇਵਾ ਕੀਤੀ ਹੈ, ਨਾ ਪ੍ਰਭੂ ਨੂੰ ਯਾਦ ਕੀਤਾ ਹੈ, ਤਾਂ ਫਿਰ ਸਾਡੀ ਅਵਸਥਾ ਕੀ ਹੋਈ ਔਰ ਸਾਡੇ ਕੋਲ ਰਸਤਾ ਕੀ ਹੈ? ਜਪ ਤਪ ਸੰਜਮ ਦਾ ਅਰਥ ਹੋ ਗਿਆ ਕਿ ਅਸੀਂ ਇਹ ਕੁਝ ਕਰਦਿਆਂ ਹੋਇਆਂ ਵੀ ਨਹੀਂ ਕਰ ਰਹੇ ਕਿਉਂਕਿ ਅਸੀਂ ਪ੍ਰਭੂ ਦੇ ਨਾਮ ਨੂੰ ਜਪਿਆ ਨਹੀਂ, ਅਸੀਂ ਪ੍ਰਭੂ ਦੇ ਨਾਮ ਵੱਲ ਲੱਗੇ ਨਹੀਂ। ਦੁਨਿਆਵੀ ਤੌਰ ਦੇ ਉੱਤੇ ਭਾਵੇਂ ਜਪ ਤਪ ਸੰਜਮ ਕਰਕੇ ਉਹ ਕਿਸੇ ਤਰ੍ਹਾਂ ਦੇ ਲੋਕੀ ਸਮਝੀ ਜਾਣ, ਪਰ ਸਤਿਗੁਰੂ ਕਹਿੰਦੇ ਹਨ ਕਿ ਨਾਮ ਸਿਮਰਨ ਜਦ ਤੱਕ ਅਸੀਂ ਨਹੀਂ ਕੀਤਾ, ਸੇਵਾ ਨਹੀਂ ਕੀਤੀ, ਆਪਣੀਆਂ ਵਿਕਾਰਾਂ ਨੂੰ ਰੋਕਿਆ ਨਹੀਂ, ਤਾਂ ਫਿਰ ਤੂੰ ਕੀਤਾ ਕੀ? ਸੇਵਾ ਸਾਧ ਨ ਜਾਣਿਆ ਹਰ ਰਾਇਆ। ਤੇ ਸਤਿਗੁਰੂ ਅੱਗੇ ਕਹਿੰਦੇ ਹਨ ਕਿ ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ। ਸਤਿਗੁਰੂ ਕਹਿ ਰਹੇ ਹਨ ਕਿ ਕਹੋ ਨਾਨਕ, ਹੇ ਨਾਨਕ ਆਖ, ਹਮ ਨੀਚ ਕਰਮਾ, ਅਸੀਂ ਨੀਵੇਂ ਕਰਮਾਂ ਵਾਲੇ, ਮੰਦ ਕਰਮਾਂ ਵਾਲੇ ਜੀਵ ਹਾਂ, ਸ਼ਰਨ ਪਰੇ ਕੀ ਰਾਖੋ ਸ਼ਰਮ। ਤਾਂ ਫਿਰ ਕਰੀਏ ਕੀ? ਜੇ ਅਸੀਂ ਕੁਝ ਵੀ ਨਹੀਂ ਚੰਗਾ ਕੰਮ ਕਰ ਰਹੇ, ਧਰਮ ਕਮਾ ਹੀ ਨਹੀਂ ਰਹੇ, ਤਾਂ ਫਿਰ ਸਾਡੇ ਕੋਲ ਰਸਤਾ ਕੀ ਹੈ? ਵਾਟ ਇਜ਼ ਦਾ ਆਲਟਰਨੇਟਿਵ? ਤੇ ਸਤਿਗੁਰੂ ਜੀ ਇੱਥੇ ਫਿਰ ਸਾਨੂੰ ਉਸੇ ਤਰ੍ਹਾਂ ਹੀ ਸਿਖਾ ਰਹੇ ਹਨ, ਆਪਣੇ ਆਪ ਨੂੰ ਐਡਰੈਸ ਕਰਕੇ, ਪਰ ਅਸਲ ਵਿੱਚ ਸਾਨੂੰ ਜਾਂਚ ਸਿਖਾ ਰਹੇ ਹਨ ਕਿ ਸਾਡਾ ਇੱਕੋ ਹੀ ਰਾਹ ਹੈ ਕਿ ਅਸੀਂ ਉਸ ਪ੍ਰਭੂ ਦੀ ਸ਼ਰਨ ਦੇ ਵਿੱਚ ਪੈ ਜਾਈਏ, ਸ਼ਰਨ ਦੇ ਵਿੱਚ ਪੈ ਕੇ ਬੇਨਤੀ ਕਰੀਏ ਕਿ ਤੂੰ ਸਾਨੂੰ ਰੱਖ ਲੈ, ਤੂੰ ਆਪਣੀ ਸ਼ਰਨ ਵਿੱਚ ਪਿਆਂ ਦੀ ਲਾਜ ਰੱਖ, ਰਾਖੋ ਸ਼ਰਮਾ, ਲਾਜ ਰੱਖ। ਸ਼ਰਮਾ ਦਾ ਭਾਵ ਹੈ ਲਾਜ। ਤੂੰ ਅਸੀਂ ਤੇਰੀ ਸ਼ਰਨ ਪਏ ਹਾਂ, ਤੂੰ ਸਾਡੀ ਲਾਜ ਰੱਖ, ਆਪਣੇ ਬਿਰਧ ਮੁਤਾਬਕ ਸਾਨੂੰ ਆਪਣੀ ਸ਼ਰਨ ਦੇ ਵਿੱਚ ਰੱਖ ਲੈ। ਹੁਣ ਇਸ ਲਈ ਨਹੀਂ ਰੱਖ ਲੈ ਅਕਾਲ ਪੁਰਖ ਨੂੰ ਅਸੀਂ ਕਹਿੰਦੇ ਕਿ ਅਸੀਂ ਕੋਈ ਬੜੇ ਜਪੀ ਤਪੀ ਸੰਜਮੀ ਜਾਂ ਧਰਮੀ ਹਾਂ, ਕਿਉਂਕਿ ਉਹ ਤੇ ਅਸੀਂ ਕੀਤਾ ਨਹੀਂ। ਨਾ ਅਸੀਂ ਗੁਰੂ ਦੀ ਸੇਵਾ ਕੀਤੀ ਹੈ, ਨਾ ਪ੍ਰਭੂ ਦਾ ਸਿਮਰਨ ਕੀਤਾ ਹੈ, ਅਸੀਂ ਨੀਚ ਕਰਮ ਵਾਲੇ ਹਾਂ। ਤੇ ਸਤਿਗੁਰੂ ਕਹਿੰਦੇ ਹਨ ਤੂੰ ਰੱਖ ਲੈ ਸਾਨੂੰ, ਇਸ ਕਰਕੇ ਨਹੀਂ ਕਿ ਅਸੀਂ ਚੰਗੇ ਹਾਂ, ਬਲਕਿ ਇਸ ਕਰਕੇ ਕਿ ਅਸੀਂ ਤੇਰੀ ਸ਼ਰਨ ਪਏ ਹਾਂ, ਇਹ ਤੇਰਾ ਬਿਰਦ ਹੈ, ਤੂੰ ਸਾਡੀ ਲਾਜ ਰੱਖ ਲੈ। ਹੈ ਤਾਂ ਅਸੀਂ ਨੀਚ ਕਰਮਾਂ, ਪਰ ਤੂੰ ਸਾਨੂੰ ਰੱਖ ਲੈ, ਸਾਨੂੰ ਰੱਖ ਲੈ, ਕਿਉਂਕਿ ਤੇਰਾ ਬਿਰਦ ਇਹ ਹੈ, ਸਾਡੀ ਲਾਜ ਰੱਖ ਲੈ ਤੂੰ, ਅਸੀਂ ਤੇਰੀ ਸ਼ਰਨ ਦੇ ਵਿੱਚ ਆ ਕੇ ਪਏ ਹਾਂ, ਤੂੰ ਤੇਰਾ ਬਿਰਦ ਹੈ, ਤੂੰ ਸਾਨੂੰ ਰੱਖ ਲੈ ਆਪਣੀ ਸ਼ਰਨ ਦੇ ਵਿੱਚ ਤੇ ਆਪਣੇ ਚਰਨਾਂ ਦੇ ਨਾਲ ਜੋੜ ਲੈ। ਤੋ ਸਤਿਗੁਰੂ ਸਾਨੂੰ ਅਖੀਰ ਉੱਤੇ ਇਹ ਜਾਚ ਸਿਖਾ ਰਹੇ ਹਨ ਕਿ ਭਾਈ ਇਹ ਮਤ ਸਮਝੀਏ ਕਿ ਅਸੀਂ ਇਹ ਚੰਗੇ ਕਰਮ ਕਰਦੇ ਹਾਂ ਜਾਂ ਕਰਦੇ ਪਏ ਹਾਂ ਜਾਂ ਕੀਤੇ ਹਨ, ਬਲਕਿ ਸਾਡੇ ਕੋਲ ਜਿਹੜਾ ਪ੍ਰੈਕਟੀਕਲ ਅਮਲੀ ਰਸਤਾ ਹੈ ਉਹ ਪ੍ਰਭੂ ਦੀ ਸ਼ਰਨ ਦੇ ਵਿੱਚ ਪੈਣ ਦਾ ਹੈ ਔਰ ਨਿਮਰਤਾ ਦੇ ਵਿੱਚ ਪੈ ਕੇ ਪੈਣ ਦਾ ਹੈ ਕਿ ਸਾਨੂੰ ਤੂੰ ਹੇ ਅਕਾਲ ਪੁਰਖ ਵਾਹਿਗੁਰੂ ਆਪਣੀ ਸ਼ਰਨ ਦੇ ਵਿੱਚ ਰੱਖ ਲੈ, ਲਾਜ ਰੱਖ, ਆਪਣਾ ਬਿਰਦ ਹੈ ਤੇਰਾ ਤੇ ਤੂੰ ਲਾਜ ਰੱਖ ਸਾਡੀ, ਆਪਣੀ ਸ਼ਰਨ ਦੇ ਵਿੱਚ ਸਾਨੂੰ ਰੱਖ ਲੈ। ਹੋਈਆਂ ਭੁੱਲਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।